सतनाम श्री वाहिगुरु साहिब जी। कृपा करो दीन के दाते, मेरा गुण अवगन ना विचारह कोई। माटी का क्या तो पै स्वामी, मानस की गत एही। वाहिगुरु साहिब जी। तनासरी महला पंजवा। जिसका तन मन धन सब तिसका, सोई सुघड़ सुजानी। तिनहि सुनिया दुख सुख मेरा, तौ बेदनी की खटानी। वाहिगुरु जी का खालसा, वाहिगुरु जी की फतेह। जुगो जुगे अटल छतर चवर तख्त दे मालिक सतगुरां दी पावन पवित्र हजूरी विच जुड़ बैठे सत संगी जनों, जिथे अमृतमयी पावन गुरबाणी आसा जी दी वार दे कीर्तन आप जी ने श्रवण कीते, जुड़ बैठे हो इस वेले इस पावन अस्थान तो सतगुरां दे बख्शे होए मुख वाक दी कथा विचार श्रवण करन दे लई। अज दा पावन मुख वाक पंजवें पातशाह गुरु अर्जुन देव सतगुरां दी मुबारक रसना तो उचारण किया। धनासरी राग दे अंदर सतगुरां दे मुबारक अंग 671 तो आरंभ होकर 672 अंग दे उपर इस शब्द की संपूर्णता है। सतगुरां दियां रहमतां दे नाल अज आपां इस शब्द की विचार करनी है। सो विचारां दी आरंभता तो पहला करो गुरफतेह दी सांझ। वाहिगुरु जी का खालसा, वाहिगुरु जी की फतेह। अज दा यह पावन शब्द, इस शब्द दे अंदर गुरुदेव पातशाह जी ने आख्या, भाई इंसान का ये मन, ये धन जो कुछ भी है वो देखो ये उस परमात्मा का है। उस परमात्मा ने ही दिता है तो उसे परमात्मा का ही है। तन भी वह है, तन शरीर मन ते नाल धन। तो फिर पातशाह जी ने आख्या कि जिसका ये मन है, तन है, धन है, असल दे अंदर उसे परमात्मा ने मेरा दुख भी सुनना है तो मेरा सुख भी सुनना है। वो परमात्मा जिहड़ा बड़ा सुगड़ है, जिहड़ा बड़ा सुजान है, बड़ा सियाणा है परमात्मा, असल विच मेरे जीवन का दुख भी उहदे कोल है तो मेरे जीवन का सुख भी उसे परमात्मा दे कोल ही है। उन्हें ही सुनना है, क्योंकि इंसान अपने जीवन के अंदर वेखो दुख ते सुख ते आउंदे ही रहिंदे ने। ये गल जरूर है कि जदों सुख आउंदे ने जीवन के अंदर तो इंसान किसी नूं दसदा नहीं। सुख आउंदे ने ते असीं लुको लैंदे आ भी किसी नूं पता ना चल जाए, किसी नूं पता ना लग जाए। तो जदों जीवन के अंदर दुख आउंदे ने ना, फिर असीं दसदे हां। वैसे एक गल होर भी है, जदों सुख आउंदे ने ना जीवन के अंदर, वो मैं कमाए ने, फिर परमात्मा का शुक्र नहीं करते। परमात्मा का शुकराना नहीं करते कि यह परमात्मा तेरा कोटान कोट शुक्र, तेरा धन्नवाद, तू मैनू इस जीवन के अंदर सुख बख्शिश कर दिते,
ਉਦੋਂ ਸ਼ੁਕਰਾਨਾ ਨਹੀਂ ਹੈ। ਤੇ ਜਦੋਂ ਜੀਵਨ ਦੇ ਅੰਦਰ ਫਿਰ ਦੁੱਖ ਆ ਜਾਣ, ਫਿਰ ਤਾਨੇ ਮਿਹਣੇ ਉਸ ਪਰਮਾਤਮਾ ਨੂੰ ਜ਼ਰੂਰ ਦੇਣ ਲੱਗ ਪੈਂਦੇ ਆ ਕਿ ਜੇ ਦੁੱਖ ਆਏ ਨੇ ਤੇ ਪਰਮਾਤਮਾ ਤੇਰੇ ਕਰਕੇ ਹੀ ਆਏ ਨੇ, ਉਹ ਮੇਰੇ ਕਰਕੇ ਨਹੀਂ। ਕਿਉਂਕਿ ਇਨਸਾਨ ਕਦੇ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਦੁੱਖ ਜਿਹੜੇ ਨੇ ਉਹ ਮੈਂ ਆਪ ਕਮਾਏ ਨੇ। ਕਦੇ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਹਾਂ ਕਿ ਦੁੱਖ ਜਿਹੜੇ ਨੇ ਨਾ ਉਹ ਸਾਡੇ ਆਪਣੇ ਕੀਤੇ ਹੋਏ ਕਰਮਾਂ ਦੇ ਕਾਰਨ ਸਾਡੇ ਇਸ ਸਰੀਰ ਨੂੰ, ਇਸ ਤਨ ਨੂੰ, ਇਸ ਮਨ ਨੂੰ ਆ ਕੇ ਚੰਬੜ ਜਾਂਦੇ ਨੇ। ਫਿਰ ਜਦੋਂ ਦੁੱਖ ਆਉਂਦੇ ਨੇ ਨਾ, ਵੈਸੇ ਤੇ ਇੱਕ ਕਹਾਵਤ ਹੈ ਸੰਸਾਰ ਦੀ, ਕਹਿੰਦੇ ਜੇ ਦੁੱਖ ਵੰਡੀਏ ਤੇ ਉਹ ਵੰਡਿਆ ਜਾਂਦਾ ਹੈ। ਇਵੇਂ ਹੀ ਹੈ ਨਾ ਕਿ ਦੁੱਖ ਵੰਡਣ ਨਾਲ ਵੰਡਿਆ ਜਾਂਦਾ ਹੈ। ਕਿ ਜੇ ਮਨ ਭਾਰਾ ਹੋਵੇ ਤੇ ਕਿਸੇ ਨੂੰ ਦੱਸ ਦਈਏ ਤੇ ਕਹਿੰਦੇ ਮਨ ਹੌਲਾ ਹੋ ਜਾਂਦਾ ਹੈ। ਪਰ ਇੱਕ ਗੱਲ ਹੋਰ ਵੀ ਹੈ, ਜੇ ਦੁੱਖ ਨੇ ਨਾ, ਤੁਸੀਂ 4 ਬੰਦਿਆਂ ਵਿੱਚ ਖੜੇ ਹੋ ਕੇ ਆਪਣਾ ਦੁੱਖ ਕਿਸੇ ਨੂੰ ਦੱਸੋਗੇ ਤੇ ਜੇ ਉਹਨਾਂ 4ਾਂ ਦੇ ਵਿੱਚੋਂ ਇੱਕ ਵੀ ਥੋੜ੍ਹਾ ਜਿਹਾ ਤੁਹਾਡਾ ਦੁੱਖ ਸੁਣ ਕੇ ਮੁਸਕਰਾ ਪਿਆ, ਹੱਸ ਪਿਆ, ਤੇ ਉਹ ਦੁੱਖ 10 ਗੁਣਾ ਹੋਰ ਵੱਧ ਜਾਂਦਾ ਜੇ, ਉਹ ਘਟਦਾ ਨਹੀਂ ਹੈ। ਫਿਰ ਉਹ ਦੁੱਖ ਹੋਰ ਵਧਣਾ ਸ਼ੁਰੂ ਹੋ ਜਾਂਦਾ ਹੈ ਕਿ ਮੇਰੀਆਂ ਗੱਲਾਂ ਸੁਣ ਕੇ, ਮੇਰੇ ਦੁੱਖ ਸੁਣ ਕੇ ਹੱਸ ਰਿਹਾ ਹੈ। ਪਾਤਸ਼ਾਹ ਕਹਿੰਦੇ ਭਲਿਆ, ਇੱਕ ਤੇ ਗੱਲ ਇਹ ਵੀ ਹੈ, ਦੁੱਖ ਸਿਰਫ ਉਸੇ ਦੇ ਅੱਗੇ ਕਹੇ ਜਾਂਦੇ ਨੇ ਜਿਹਦੇ ਕੋਲ ਸੁੱਖ ਮੌਜੂਦ ਹੋਣ। ਫਿਰ ਸਮਝਿਓ, ਦੁੱਖ ਉਸੇ ਦੇ ਅੱਗੇ ਆਖੀਏ ਜਿਹਦੇ ਕੋਲੋਂ ਸੁੱਖ ਮਿਲਣ ਦੀ ਆਸ ਹੋਵੇ। ਤੇ ਸੰਸਾਰ ਤੇ ਆਪ ਹੀ ਦੁੱਖਾਂ ਦੇ ਨਾਲ ਭਰਿਆ ਪਿਆ ਹੈ, ਤੇ ਉਹਨਾਂ ਦੁਖੀ ਭਰਿਆਂ ਨੂੰ ਦੁੱਖ ਦੱਸਾਂਗੇ ਤੇ ਉੱਥੋਂ ਸੁੱਖ ਸਾਨੂੰ ਕਿੱਥੋਂ ਮਿਲਣਗੇ। ਬਾਦਸ਼ਾਹ ਕਹਿੰਦੇ ਨਾ, ਜੋ ਜੋ ਦੀਸੈ ਸੋ ਸੋ ਰੋਗੀ। ਸੰਸਾਰ ਤੇ ਆਪ ਹੀ ਦੁੱਖਾਂ ਨਾਲ ਭਰਿਆ ਪਿਆ। ਤਾਂ ਹੀ ਮੇਰੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ। ਕਹਿੰਦੇ ਦੁੱਖ ਤਿਸੈ ਪਹਿ ਆਖੀਐ। ਭਾਈ, ਦੁੱਖ ਉਹਦੇ ਅੱਗੇ ਕਹਿਣੇ ਚਾਹੀਦੇ ਨੇ, ਦੁੱਖ ਉਹਦੇ ਅੱਗੇ ਬਿਆਨ ਕਰਨੇ ਚਾਹੀਦੇ ਨੇ। ਦੁੱਖ ਉਹਨੂੰ ਸੁਣਾ, ਸੁਖ ਜਿਸੈ ਹੀ ਪਾਸ, ਜਿਹਦੇ ਕੋਲ ਤੈਨੂੰ ਦੇਣ ਵਾਸਤੇ ਅੱਗੋਂ ਸੁੱਖ ਹੋਣ। ਤੂੰ ਕਿਸੇ ਨੂੰ ਜਾ ਕੇ 2 ਦੁੱਖ ਸੁਣਾਏਗਾ, ਉਹਨੇ ਆਪਣੇ 4 ਦੁੱਖ ਤੈਨੂੰ ਅੱਗੋਂ ਸੁਣਾ ਦੇਣੇ ਵੀ ਮੈਂ ਤੇ ਆਪ ਬੜਾ ਦੁਖੀ ਹਾਂ, ਨਾਨਕ ਦੁਖੀ ਆ ਸਭ ਸੰਸਾਰ। ਉਹਨੇ ਤੇ ਆਪ ਕਹਿ ਦੇਣਾ ਹੈ ਕਿ ਤੂੰ 2 ਸੁਣਾਉਣਾ ਪਿਆ, ਮੇਰੇ ਕੋਲੋਂ 4 ਸੁਣ ਕੇ ਜਾਈ, ਮੈਂ ਤੇਰੇ ਤੋਂ ਵੱਧ ਦੁਖੀ ਹਾਂ। ਬਾਦਸ਼ਾਹ ਕਹਿੰਦੇ ਕਿਸੇ ਨੂੰ ਦੁੱਖ ਸੁਣਾਉਣ ਦਾ ਨਹੀਂ ਕੋਈ ਲਾਭ। ਜੇ ਤੂੰ ਦੁੱਖ ਸੁਣਾਉਣਾ ਹੈ, ਜੇ ਦੁੱਖ ਦੱਸਣਾ ਹੈ, ਤੇ ਦੁੱਖ ਉਹਨੂੰ ਦੱਸ ਜਿਹੜਾ ਤੈਨੂੰ ਸੁੱਖ ਦੇ ਸਕੇ। ਦੁੱਖ ਤਿਸੈ ਪਹਿ ਆਖੀਐ। ਦੁੱਖ ਉਹਦੇ ਅੱਗੇ ਆਖਣੇ ਚਾਹੀਦੇ ਨੇ। ਸੁਖ ਜਿਸੈ ਹੀ ਪਾਸ, ਜਿਸ ਰੱਬ ਵਾਹਿਗੁਰੂ ਪਰਮਾਤਮਾ ਦੇ ਕੋਲ ਸੁੱਖ ਹਨ। ਤੇ ਅੱਜ ਦੇ ਸ਼ਬਦ ਦੇ ਅੰਦਰ ਵੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸੇ ਗੱਲ ਦਾ ਹੀ ਜ਼ਿਕਰ ਕੀਤਾ ਹੈ। ਉਹਨਾਂ ਆਖਿਆ, ਭਾਈ, ਦੁੱਖ ਤੇ ਸੁੱਖ ਉਸੇ ਪਰਮਾਤਮਾ ਨੇ ਤੇਰੇ ਸੁਣਨੇ ਨੇ, ਕਿਸੇ ਹੋਰ ਨੇ ਨਹੀਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜਿਸ ਪਰਮਾਤਮਾ ਦਾ ਇਹ ਦਿੱਤਾ ਹੋਇਆ ਤਨ ਹੈ, ਮਨ ਹੈ, ਧਨ ਵੀ ਉਸੇ ਦਾ ਏ। ਸੋਈ ਸੁਗੜ ਸੁਜਾਨੀ। ਬਾਦਸ਼ਾਹ ਕਹਿੰਦੇ ਉਹ ਸੁਗੜ ਵੀ ਹੈ ਤੇ ਸੁਜਾਨ ਵੀ। ਉਹ ਪਰਮਾਤਮਾ ਸਿਆਣਾ ਹੈ, ਸਮਝਦਾਰ ਹੈ। ਵੈਸੇ ਸਾਰੀਆਂ ਸਿਆਣਪਾਂ ਉਸੇ ਪਰਮਾਤਮਾ ਦੇ ਕੋਲ ਹੀ ਨੇ। ਬੰਦਾ ਤੇ ਐਵੇਂ ਵਹਿਮ ਕਰਕੇ ਬਹਿ ਜਾਂਦਾ ਹੈ ਕਿ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਸਮਝਦਾਰ ਹਾਂ, ਪਰ ਸਿਆਣਪਾਂ ਸਾਰੀਆਂ ਉਹਦੇ ਕੋਲ ਨੇ। ਖੈਰ, ਸੱਚੇ ਪਾਤਸ਼ਾਹ ਨੇ ਆਖਿਆ, ਭਾਈ, ਸੋਈ ਸੁਗੜ ਸੁਜਾਨੀ। ਫਿਰ ਕਹਿੰਦੇ 3 ਹੀ ਸੁਣਿਆ, ਦੁੱਖ ਸੁੱਖ ਮੇਰਾ। ਮੇਰਾ ਦੁੱਖ ਤੇ ਸੁੱਖ ਕਿਹਨੇ ਸੁਣਿਆ? ਉਸੇ ਪਰਮਾਤਮਾ ਨੇ, ਜਿਹਦਾ ਤਨ ਹੈ, ਮਨ ਹੈ, ਧਨ ਹੈ, ਤੇ ਜਿਹੜਾ ਪਰਮਾਤਮਾ ਬੜਾ ਸੁਗੜ ਹੈ, ਬੜਾ ਸੁਜਾਨ, ਬੜਾ ਸਿਆਣਾ ਹੈ। ਮੇਰਾ ਦੁੱਖ ਵੀ ਉਹਨੇ ਹੀ ਸੁਣਨਾ ਹੈ ਤੇ ਮੇਰਾ ਸੁੱਖ ਵੀ ਉਹਨੇ ਹੀ ਸੁਣਨਾ ਹੈ, ਕਿਸੇ ਹੋਰ ਨੇ ਨਹੀਂ। ਕਿਉਂਕਿ ਬਾਣੀ ਦੇ ਬਚਨ ਨੇ ਨਾ, 9ਵੇਂ ਪਾਤਸ਼ਾਹ ਕਹਿੰਦੇ, ਜੇ ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੈ। ਗੱਲ ਤੇ ਫਿਰ ਉਹੀ ਹੈ ਨਾ ਵੀ ਜਿਹਦੇ ਕੋਲ ਸੁੱਖ ਨੇ, ਜਿਹਦੀ ਸ਼ਰਨ ਵਿੱਚ ਜਾਇਆ, ਜਿਹਦੇ ਆਸਰੇ ਨੂੰ ਪਕੜਿਆ, ਸੁੱਖ ਮਿਲਣੇ ਨੇ, ਤੇ ਦੁੱਖ ਸੁਣਾਉਣੇ ਵੀ ਤੇ ਉਹਨੂੰ ਹੀ ਚਾਹੀਦੇ ਨੇ ਨਾ। ਸਾਡੀ ਇਨਸਾਨਾਂ ਦੀ ਹਾਲਤ ਕੁਝ ਹੋਰ ਹੈ। ਅਸੀਂ ਸਮਝਦੇ ਹਾਂ ਕਿ ਦੁੱਖਾਂ ਦੀਆਂ ਪੰਡਾਂ ਸਾਡੇ ਤੇ ਖੁੱਲੀਆਂ ਨੇ। ਮੈਂ ਕੁਝ ਦਿਨ ਪਹਿਲਾਂ ਇੱਕ ਉਦਾਹਰਣ ਦਿੱਤੀ ਸੀ। ਭਗਤ ਸਾਹਿਬ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਸਾਰੇ ਦੁੱਖ ਮੇਰੇ ਤੇ ਹੀ ਆ ਗਏ। ਇਨਸਾਨ ਦੀ ਇਹ ਫਿਤਰਤ ਹੈ।
ਫਿਤਰਤ ਇਹ ਆ, ਉਹ ਸਮਝਦਾ ਹੈ ਕਿ ਇਸ ਦੁਨੀਆ ਦੇ ਸਾਰੇ ਦੁੱਖ ਜਿਹੜੇ ਨੇ ਮੇਰੇ ਤੇ ਹੀ ਆ ਗਏ ਨੇ, ਬਾਕੀ ਸਾਰੀ ਦੁਨੀਆ ਸੁਖੀ ਬੜੀ ਬੈਠੀ ਹੈ। ਭਗਤ ਜੀ ਕਹਿੰਦੇ ਕਿ ਮੈਨੂੰ ਲੱਗਾ ਕਿ ਦੁਨੀਆ ਦੇ ਸਾਰੇ ਦੁੱਖ ਮੇਰੇ ਤੇ ਆ ਗਏ, ਮੈਂ ਜਾਣਿਆ ਦੁੱਖ ਮੁਝ ਕੋ। ਕਹਿੰਦੇ ਮੈਂ ਤੇ ਜਾਣਿਆ, ਮੈਂ ਤੇ ਸਮਝਿਆ ਕਿ ਇਕੱਲਾ ਦੁੱਖ ਮੈਨੂੰ ਹੀ ਲੱਗਾ ਹੈ, ਕਿਸੇ ਹੋਰ ਨੂੰ ਨਹੀਂ। ਪਰ ਕਹਿੰਦੇ ਮੈਨੂੰ ਸਮਝ ਆ ਗਈ ਕਿ ਦੁੱਖ ਸਬਾਇਆ ਜੱਗ, ਕਿ ਦੁੱਖ ਤੇ ਸਾਰੇ ਜਗਤ ਦੇ ਅੰਦਰ ਪ੍ਰਬਲ ਹੋਇਆ ਬੈਠਾ ਹੈ, ਇਕੱਲੇ ਮੇਰੇ ਤੇ ਥੋੜ੍ਹੀ ਹੈ। ਇੱਕ ਗੱਲ ਹੋਰ ਵੀ ਹੈ, ਕਈ ਵਾਰ ਨਾ ਕੁਝ ਇਨਸਾਨਾਂ ਦਾ ਸੁਭਾਅ ਹੁੰਦਾ ਹੈ, ਫਿਤਰਤ ਇਹੋ ਜਿਹੀ ਹੁੰਦੀ ਹੈ ਕਿ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਉਹ ਦੁਖੀ ਹੋਏ ਫਿਰਨਗੇ, ਐਵੇਂ ਹੀ ਬਿਨਾਂ ਗੱਲਾਂ ਹੀ। ਸਭ ਕੁਝ ਕੋਲ ਮੌਜੂਦ ਵੀ ਉਹਨਾਂ ਦੇ, ਪਰ ਸਭ ਕੁਝ ਕੋਲ ਹੁੰਦਿਆਂ ਵੀ ਉਹ ਦੁਖੀ ਹੋਏ ਫਿਰਨਗੇ, ਐਵੇਂ ਲੋਕਾਂ ਨਾਲ ਲੜਦੇ ਫਿਰਨਗੇ, ਮੁੱਲ ਦੀ ਲੜਾਈ ਲੈਂਦੇ ਫਿਰਨਗੇ, ਐਵੇਂ ਹੀ ਆਪਣੇ ਬਾਰੇ ਲੋਕਾਂ ਨੂੰ ਦੱਸੀ ਜਾਣਗੇ, ਮੈਂ ਬੜਾ ਦੁਖੀ ਹਾਂ, ਆਹ ਮੇਰੇ ਨਾਲ ਹੋ ਗਿਆ, ਉਹ ਮੇਰੇ ਨਾਲ ਹੋ ਗਿਆ। ਇੱਕ ਗੱਲ ਜਾਣ ਲਈਏ, ਜੇ ਪ੍ਰਮਾਤਮਾ ਨੇ ਸਾਨੂੰ ਹੰਡਾਉਣ ਲਈ ਆ ਸਰੀਰ ਦਿੱਤਾ ਹੈ ਨਾ, ਸਾਡਾ ਤਨ ਦਿੱਤਾ ਹੈ, ਤੇ ਜੇ ਸਰੀਰ ਹੈ ਤੇ ਸਰੀਰ ਦੇ ਨਾਲ ਇਹਦੇ ਰੋਗ ਵੀ ਜ਼ਰੂਰ ਆਉਣਗੇ। ਫਿਰ ਸਮਝੀਏ, ਅਸੀਂ ਕਹਿੰਦੇ ਹਾਂ ਕਿ ਮੈਂ ਇੱਕ ਬੇਨਤੀ ਹੁਣੇ ਕਰ ਗਿਆ ਕਿ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰੋਗ ਤੋਂ ਰਹਿਤ ਇਕੱਲਾ ਮੇਰਾ ਗੁਰੂ ਹੈ ਬਸ, ਜਿਹਨੂੰ ਕੋਈ ਰੋਗ ਨਹੀਂ, ਕੋਈ ਦੁੱਖ ਨਹੀਂ, ਤਕਲੀਫ ਨਹੀਂ, ਬਾਕੀ ਸਾਰਾ ਸੰਸਾਰ ਜੋ ਵੀ ਦਿਸ ਰਿਹਾ ਹੈ ਉਹ ਰੋਗੀ ਹੈ। ਕਿਉਂ? ਕਿਉਂਕਿ ਆਹ ਤਨ ਦੋ ਤਰ੍ਹਾਂ ਦੇ ਰੋਗ ਨੇ, ਅਧਿਆਤਮਕ ਤੇ ਸਰੀਰਕ। ਅਧਿਆਤਮਕ ਰੋਗ ਅਸੀਂ ਆਪ ਖੱਟ ਲੈਂਦੇ ਹਾਂ, ਕਿਉਂਕਿ ਗੁਰੂ ਨਾਲ ਨਹੀਂ ਜੁੜਦੇ, ਪਰਮਾਤਮਾ ਨਾਲ ਨਹੀਂ ਜੁੜਦੇ, ਤੇ ਅਧਿਆਤਮਕ ਰੋਗ ਜਿਹੜੇ ਨੇ ਉਹ ਸਾਨੂੰ ਆ ਕੇ ਚੰਬੜ ਜਾਂਦੇ ਨੇ। ਮਨ ਦੇ ਰੋਗ ਜਿਹੜੇ ਨੇ, ਮਨ ਦੇ ਰੋਗ ਕਿਹੜੇ ਨੇ? ਮਨ ਦਾ ਰੋਗ ਹੈ ਕਾਮ, ਮਨ ਦਾ ਰੋਗ ਹੈ ਕ੍ਰੋਧ। ਇਹ ਝਾਕਦੇ ਜ਼ਰੂਰ ਸਰੀਰ ਦੇ ਵਿੱਚੋਂ ਨੇ। ਸੁਣਿਓ, ਇਹ ਜਿਹੜੇ ਮਨ ਦੇ ਰੋਗ ਨੇ ਨਾ, ਇਹ ਨਜ਼ਰ ਸਰੀਰ ਦੇ ਵਿੱਚੋਂ ਹੀ ਆਉਣਗੇ, ਤਨ ਦੇ ਵਿੱਚੋਂ ਹੀ ਆਉਣਗੇ, ਪਰ ਇਹ ਤਨ ਦੇ ਰੋਗ ਨਹੀਂ ਹੁੰਦੇ, ਮਨ ਦੇ ਰੋਗ ਹੁੰਦੇ ਨੇ। ਕਾਮ ਮਨ ਦਾ ਰੋਗ ਹੈ, ਪਰ ਪ੍ਰਬਲ ਸਰੀਰ ਦੇ ਵਿੱਚੋਂ ਹੋ ਕੇ ਬਾਹਰ ਆਉਂਦਾ ਹੈ। ਕ੍ਰੋਧ ਮਨ ਦਾ ਰੋਗ ਹੈ, ਮਨ ਕ੍ਰੋਧੀ ਹੋਏਗਾ ਤੇ ਸਰੀਰ ਦੱਸੇਗਾ, ਇਹ ਬਾਡੀ ਤੋਂ ਸਮਝ ਆਏਗੀ ਕਿ ਹੁਣ ਇਹ ਕ੍ਰੋਧ ਦੇ ਵਿੱਚ ਹੈ। ਲੋਭ ਮਨ ਦੇ ਵਿੱਚ ਆਇਆ ਤੇ ਸਰੀਰ ਦੇ ਰਾਹੀਂ ਬਾਹਰ ਆਏਗਾ। ਮੋਹ ਤੇ ਅਹੰਕਾਰ, ਇਹ ਚੀਜ਼ਾਂ, ਇਹ ਪੰਜ ਜਿਹੜੇ ਨੇ, ਇਹ ਮਨ ਦੇ ਰੋਗ ਨੇ ਸਾਡੇ, ਜਿਹੜੇ ਤਨ ਦੇ ਵਿੱਚੋਂ ਬਾਹਰ ਝਾਕਦੇ ਨੇ, ਨਜ਼ਰ ਆਉਂਦੇ ਨੇ, ਦਿਸਦੇ ਨੇ, ਪਰ ਕੁਝ ਸਰੀਰ ਦੇ ਰੋਗ ਵੀ ਨੇ ਸਾਡੇ। ਇਹ ਮੈਂ ਤਾਂ ਬੇਨਤੀ ਕਰ ਰਿਹਾ ਕਿ ਜੇ ਸਰੀਰ ਮਿਲਿਆ ਹੈ ਤੇ ਸਰੀਰ ਦੇ ਰੋਗ ਤੇ ਨਾਲ ਮਿਲਣੇ ਹੀ ਮਿਲਣੇ ਨੇ, ਵੀ ਇਹ ਤੇ ਹੋ ਨਹੀਂ ਸਕਦਾ। ਕੋਈ ਦੁਨੀਆ ਤੇ ਇਹੋ ਜਿਹਾ ਇਨਸਾਨ ਤੁਸੀਂ ਵੇਖਿਆ ਜਿਹਨੂੰ ਕਦੇ ਕੋਈ ਸਰੀਰਕ ਰੋਗ ਨਾ ਹੋਇਆ ਹੋਵੇ? ਵੱਡੇ ਵੱਡੇ ਸੰਤ, ਵੱਡੇ ਵੱਡੇ ਮਹਾਂਪੁਰਸ਼ਾਂ ਨੂੰ, ਕਿਉਂਕਿ ਸਰੀਰ ਦੇ ਰੋਗ ਤੇ ਸਰੀਰ ਨਾਲ ਆਉਣਗੇ ਹੀ ਆਉਣਗੇ, ਇਹਨਾਂ ਦਾ ਕੋਈ ਬਚਾਅ ਨਹੀਂ ਹੈ। ਮੈਡੀਸਨ ਜ਼ਰੂਰ ਹੈ। ਹਾਂ, ਇੱਕ ਹੋਰ ਬੜਾ ਵੱਡਾ ਰੋਗ ਜੇ, ਉਹ ਰੋਗ ਪਤਾ ਕੀ ਹੈ? ਉਹ ਬੜਾ ਵੱਡਾ ਦੁੱਖ ਵੀ ਹੈ। ਉਹ ਦੁੱਖ ਹੈ ਮੌਤ ਦਾ ਦੁੱਖ। ਉਹ ਰੋਗ ਜਿਹੜੇ ਸਰੀਰ ਨੂੰ ਲੱਗਣੇ ਨੇ, ਉਹਨਾਂ ਇੱਕ ਦਿਨ ਇਸ ਸਰੀਰ ਨੂੰ ਮੌਤ ਵੱਲ ਲੈ ਜਾਣਾ ਹੈ, ਇਸ ਸਰੀਰ ਨੂੰ ਮਿੱਟੀ ਬਣਾ ਦੇਣਾ, ਖਾਕ ਕਰ ਦੇਣਾ ਉਹਨੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਲਿਆ ਦੁੱਖ ਤੇ ਤੈਨੂੰ ਲੱਗਣੇ ਹੀ ਲੱਗਣੇ ਨੇ। ਇਹ ਨਹੀਂ ਕਿ ਦੁੱਖ ਆਉਣਗੇ ਨਹੀਂ ਜਾਂ ਰੋਗ ਆਉਣਗੇ ਨਹੀਂ, ਕਿਉਂਕਿ ਇਹ ਤੇ ਹਰ ਘਰ ਦੇ ਵਿੱਚ ਨੇ। ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ। ਤੇ ਭਗਤ ਜੀ ਕਹਿੰਦੇ ਉੱਚਾ ਚੜ ਕੇ ਦੇਖਿਆ ਘਰ ਘਰ ਇਹ ਅੱਗ। ਜਦੋਂ ਮੈਂ ਉੱਚਾ ਚੜ ਕੇ ਵੇਖਿਆ ਨਾ, ਜਦੋਂ ਮੈਂ ਘਰ ਘਰ ਦੇ ਅੰਦਰ, ਹਰ ਇੱਕ ਦੇ ਅੰਦਰ ਨਿਗਾਹ ਮਾਰੀ, ਤੇ ਮੈਨੂੰ ਸਮਝ ਆਈ ਇਹ ਅੱਗ ਤੇ ਹਰ ਘਰ ਦੇ ਵਿੱਚ, ਹਰ ਸਰੀਰ ਵਿੱਚ, ਹਰ ਇੱਕ ਦੇ ਅੰਦਰ ਹੈ। ਤਾਂ ਹੀ ਹੈ ਫਿਰ ਦੁੱਖ ਉਹਨੂੰ ਕਹਿ ਜਿਹਦੇ ਕੋਲ ਸੁੱਖ ਮਿਲਣ ਦੀ ਉਮੀਦ ਹੋਵੇ ਤੈਨੂੰ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ। ਕਹਿੰਦੇ ਉਸ ਪਰਮਾਤਮਾ ਨੇ ਮੇਰਾ ਦੁੱਖ ਸੁਣਿਆ, ਉਸ ਪਰਮਾਤਮਾ ਨੇ ਮੇਰਾ ਸੁੱਖ ਸੁਣਿਆ। ਜਦੋਂ ਗੁਰੂ ਨਾਨਕ ਸਾਹਿਬ ਦੀਪਾਲਪੁਰ ਦੇ ਪਰਗਣੇ ਗਏ ਨੇ ਨਾ, ਦੀਪਾ ਕੋੜੀ ਮਿਲਿਆ, ਇਹਨੇ ਆਖਿਆ ਸੀ ਪਾਤਸ਼ਾਹ ਮੇਰੇ ਤਨ ਨੂੰ ਰੋਗ ਬੜੇ ਲੱਗੇ ਨੇ, ਬੜੇ ਰੋਗ ਲੱਗੇ ਨੇ ਮੇਰੇ ਤਨ ਨੂੰ, ਮੇਰੇ ਸਰੀਰ ਨੂੰ। ਕੋੜੀ ਆ ਮੈਂ, ਘਰ ਵਾਲਿਆਂ ਮੈਨੂੰ ਬਾਹਰ ਕੱਢ ਦਿੱਤਾ,
ਤੇ ਜੇ ਬਾਣੀ ਦੇ ਬਚਨ ਪੜ੍ਹਦੇ ਆ ਨਾ, ਸਰਬ ਰੋਗ ਕਾ ਔਖਦ ਨਾਮ ਉੱਥੇ ਗੁਰੂ ਸਾਹਿਬ ਨੇ ਸਾਬਤ ਕਰਕੇ ਵਿਖਾਇਆ। ਇਹ ਅਟਲ ਸੱਚਾਈ ਹੈ, ਗੁਰੂ ਸਾਹਿਬ ਨੇ ਸਾਬਤ ਵੀ ਉੱਥੇ ਕਰਕੇ ਵਿਖਾਇਆ ਫਿਰ ਕਿ ਸਾਰਿਆਂ ਰੋਗਾਂ ਦੀ ਔਸ਼ਧੀ ਦਵਾਈ ਪਰਮਾਤਮਾ ਦਾ ਨਾਮ ਹੈ, ਚਾਹੇ ਉਹ ਸਰੀਰਕ ਨੇ ਚਾਹੇ ਉਹ ਅਧਿਆਤਮਕ ਨੇ। ਵੈਸੇ ਇਹ ਨਾਮ ਦੀ ਦਵਾਈ ਜੇ ਅਧਿਆਤਮਕ ਰੋਗਾਂ ਵਾਸਤੇ ਦੁੱਖਾਂ ਵਾਸਤੇ ਵਰਤੀਏ ਤੇ ਪਰਮਾਤਮਾ ਦਾ ਮਿਲਾਪ ਸੰਭਵ ਹੈ, ਪੋਸੀਬਲ ਹੈ। ਗੁਰਦੇਵ ਪਾਤਸ਼ਾਹ ਜੀ ਨਾਲ ਇਹਦੇ ਸਵਾਲ ਜਵਾਬ ਹੋਏ ਸਨ ਦੀਪੇ ਦੇ, ਤੇ ਮੇਰੇ ਪਾਤਸ਼ਾਹ ਨੇ, ਵੇਖੋ ਮੈਂ ਤਾਂ ਇਹ ਕਹਿ ਰਿਹਾ ਕਿ ਦੁੱਖ ਤਿਸੈ ਪੈ ਆਖੀਏ, ਦੁੱਖ ਉਹਦੇ ਅੱਗੇ ਆਖੋ ਜਿਹਦੇ ਕੋਲੋਂ ਸੁੱਖ ਮਿਲਣੇ ਨੇ। ਜੇ ਦੀਪੇ ਨੇ ਆਪਣੇ ਦੁੱਖ ਗੁਰੂ ਨਾਨਕ ਸਾਹਿਬ ਨੂੰ ਦੱਸੇ ਤੇ ਮੇਰੇ ਸੱਚੇ ਪਾਤਸ਼ਾਹ ਨੇ ਉਹਦੇ ਸਾਰੇ ਦੁੱਖ ਹਰ ਕੇ ਉਹਨਾਂ ਦੁੱਖਾਂ ਦੀ ਜਗ੍ਹਾ ਉਹਦੇ ਜੀਵਨ ਵਿੱਚ ਸੁੱਖ ਭਰ ਦਿੱਤਾ। ਇਹ ਸੁੱਖ ਹਮੇਸ਼ਾ ਦੇ ਵਾਸਤੇ ਸੀ, ਇਹ ਉਹ ਸੁੱਖ ਨਹੀਂ ਸੀ ਜਿਹੜਾ ਅੱਜ ਆਇਆ ਤੇ ਕੱਲ ਨੂੰ ਚਲਾ ਜਾਏਗਾ, ਕੱਲ ਨੂੰ ਖਤਮ ਹੋ ਜਾਏਗਾ। ਅਸਲ ਵਿੱਚ ਪਤਾ ਕੀ ਹੁੰਦਾ ਹੈ, ਗੁਰੂ ਰਹਿਮਤਾਂ ਕਰਕੇ ਨਾ ਉਹ ਅਵਸਥਾ ਬਖਸ਼ਦਾ। ਇਹਨੂੰ ਥੋੜਾ ਜਿਹਾ ਧਿਆਨ ਨਾਲ ਆਪਾਂ ਸਮਝਣਾ ਹੈ। ਗੁਰੂ ਬਖਸ਼ਿਸ਼ ਕਰਕੇ ਉਹ ਅਵਸਥਾ ਬਖਸ਼ ਦਿੰਦਾ ਹੈ ਜਿਸ ਅਵਸਥਾ ਦੇ ਵਿੱਚ ਆਇਆ ਇਨਸਾਨ ਜਨ ਬਣਦਾ ਹੈ, ਭਗਤ ਬਣਦਾ ਹੈ ਪਰਮਾਤਮਾ ਦਾ। ਤੇ ਫਿਰ ਉਹ ਅਵਸਥਾ ਦੇ ਵਿੱਚ ਹੀ ਇਹ ਬਚਨ ਨੇ ਗੁਰੂ ਸਾਹਿਬ ਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਫਿਰ ਸਮਝੀਏ, ਇਹ ਨਹੀਂ ਅਸੀਂ ਕਹਿ ਸਕਦੇ ਕਿ ਸਰੀਰਕ ਦੁੱਖ ਆਉਣਗੇ ਹੀ ਨਹੀਂ, ਇਹ ਨਹੀਂ ਅਸੀਂ ਇਹ ਤੇ ਗੱਲ ਤੋਂ ਅਸੀਂ ਕਿਨਾਰਾ ਕਰ ਹੀ ਨਹੀਂ ਨਾ ਸਕਦੇ। ਸਰੀਰ ਹੈ ਤੇ ਦੁੱਖ ਆਉਣਗੇ। ਬਾਦਸ਼ਾਹ ਕਹਿੰਦੇ ਫਿਰ ਸਰੀਰਕ ਦੁੱਖ ਆਉਣ ਤੇ ਵੀ ਉਹ ਦੁੱਖ ਨਹੀਂ ਸਮਝਦਾ, ਦੁੱਖ ਨਹੀਂ ਮੰਨਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਵੇਖੋ ਕਿੱਡੀ ਕਮਾਲ ਦੀ ਗੱਲ, ਉਹਦੇ ਅੰਦਰ ਸੁੱਖਾਂ ਦੀ ਲਾਲਸਾ ਵੀ ਨਹੀਂ ਹੈ। ਬੜੀ ਔਖੀ ਗੱਲ ਏ ਇਹ। ਇਸ ਜਗ੍ਹਾ ਤੇ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਜਿੱਥੇ ਜਾ ਕੇ ਅਸੀਂ ਕਹੀਏ ਕਿ ਮੈਨੂੰ ਸੁੱਖਾਂ ਦੀ ਲਾਲਸਾ ਹੀ ਨਹੀਂ ਹੈ ਕੋਈ ਵੀ, ਮੈਨੂੰ ਸੱਚੇ ਬਾਦਸ਼ਾਹ ਕੋਈ ਸੁੱਖ ਮੇਰੇ ਇਸ ਜੀਵਨ ਦੇ ਅੰਦਰ ਚਾਹੀਦਾ ਹੀ ਨਹੀਂ। ਮੈਨੂੰ ਕਹਿਣਾ ਬੜਾ ਸੌਖਾ ਹੈ। ਬਾਦਸ਼ਾਹ ਕਹਿੰਦੇ ਇੱਕ ਅਵਸਥਾ ਹੈ, ਸੁੱਖ ਸਨੇਹ, ਨਾ ਉਹਦੇ ਅੰਦਰ ਸੁੱਖਾਂ ਦੀ ਲਾਲਸਾ, ਨਾ ਉਹਦੇ ਅੰਦਰ ਕਿਸੇ ਪ੍ਰਤੀ ਕੋਈ ਸਨੇਹ ਰਹਿ ਜਾਂਦਾ ਹੈ। ਉਹਨੂੰ ਪਤਾ ਹੈ ਜੇ ਉਹ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਮੈਂ ਵੀ ਚਲੇ ਜਾਣਾ, ਮੇਰੇ ਮਾਂ-ਬਾਪ ਨੇ ਵੀ, ਮੇਰੇ ਧੀਆਂ ਪੁੱਤਰਾਂ ਨੇ ਵੀ, ਮੈਂ ਸਨੇਹ ਕਿਹਦੇ ਨਾਲ ਪਾਵਾਂ, ਮੋਹ ਕਿਹਦੇ ਨਾਲ ਪਾਵਾਂ। ਅਰ ਭੈ ਨਹੀਂ, ਜਾ ਕੇ ਉਹਦੇ ਅੰਦਰ ਭੈ ਡਰ ਵੀ ਨਹੀਂ ਕਿਸੇ ਦਾ ਰਹਿ ਜਾਂਦਾ, ਕਿਸੇ ਦਾ ਡਰ ਨਹੀਂ ਉਹਦੇ ਅੰਦਰ ਰਹਿ ਜਾਂਦਾ ਪਰਮਾਤਮਾ ਤੋਂ ਬਿਨਾਂ, ਕਿਉਂਕਿ ਉਹ ਨਿਰਭਉ ਦਾ ਰੂਪ ਹੋ ਗਿਆ। ਨਿਰਭਉ ਦੇ ਨਾਲ ਤੁਰਿਆ, ਨਿਰਭਉ ਨਾਲ ਇੱਕਮਿਕ ਹੋਇਆ, ਨਿਰਭਉ ਦਾ ਰੂਪ ਹੋਇਆ, ਨਿਰਭਉ ਬਣ ਗਿਆ, ਤੇ ਫਿਰ ਭਉ ਕਿਸੇ ਦਾ ਕਿਵੇਂ ਰਹਿ ਜਾਏਗਾ, ਡਰ ਨਹੀਂ ਰਹੇਗਾ। ਬਾਦਸ਼ਾਹ ਕਹਿੰਦੇ ਭਲਿਆ ਫਿਰ ਉਹ ਅਵਸਥਾ ਹੈ, ਸੁੱਖ ਸਨੇਹ ਅਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮਨ, ਇਹ ਅਵਸਥਾ ਉਹਦੀ ਬਣ ਜਾਂਦੀ ਹੈ। ਇਹੀ ਬਖਸ਼ਿਸ਼ਾਂ ਮੇਰੇ ਪਾਤਸ਼ਾਹ ਨੇ ਦੀਪੇ ਤੇ ਕੀਤੀਆਂ, ਇੱਕ ਦੋ ਨਹੀਂ, ਤੇ ਬੇਅੰਤ ਉਦਾਹਰਨਾਂ ਗੁਰ ਇਤਿਹਾਸ ਦੇ ਅੰਦਰ ਇਹੋ ਜਿਹੀਆਂ ਮਿਲਦੀਆਂ ਨੇ, ਜਿੱਥੇ ਪਾਤਸ਼ਾਹ ਨੇ ਸਰੀਰਕ ਰੋਗ ਤੇ ਅਧਿਆਤਮਕ ਰੋਗ ਇੱਕ ਪਲ ਦੇ ਅੰਦਰ ਦੂਰ ਕਰ ਦਿੱਤੇ। ਤਾਂ ਹੀ ਤੇ ਮੈਂ ਵਾਰ-ਵਾਰ ਕਹਿ ਰਿਹਾ, ਉਹਨੂੰ ਦੁੱਖ ਕਹੋ ਜਿਹਦੇ ਕੋਲੋਂ ਸੁੱਖ ਮਿਲਣੇ ਨੇ, ਜਿਹੜਾ ਸੁੱਖ ਦੇ ਸਕਦਾ ਹੈ। ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਉਸੇ ਪਰਮਾਤਮਾ ਨੇ ਕਹਿੰਦੇ ਮੇਰਾ ਦੁੱਖ ਸੁਣਿਆ, ਮੇਰਾ ਸੁੱਖ ਸੁਣਿਆ। ਤੌਬਿਦ ਨੀਕੀ ਖਟਾਨੀ, ਕਿਸੇ ਹੋਰ ਨੇ ਨਹੀਂ ਸੁਣਿਆ। ਖੈਰ ਪਾਤਸ਼ਾਹ ਜੀ ਨੇ ਫਿਰ ਅਗਲੇ ਬੰਦ ਵਿੱਚ ਆਖਿਆ, ਕਹਿੰਦੇ ਜੀ ਕੀ ਏਕੈ ਹੀ ਪਹਿਮਾਨੀ, ਜੀ ਜਿੰਦ ਦੀ ਪਹਿ ਅੱਗੇ, ਇੱਕ ਦੇ ਅੱਗੇ ਹੀ ਅਰਦਾਸ ਹੈ, ਬੇਨਤੀ ਹੈ, ਅਰਜ਼ ਹੈ, ਗੁਜ਼ਾਰਿਸ਼ ਹੈ, ਇੱਕੋ ਦੇ ਅੱਗੇ ਹੀ ਪਰਮਾਤਮਾ ਦੇ ਅੱਗੇ। ਜੀ ਕੀ ਏਕੈ ਹੀ ਪਹਿਮਾਨੀ, ਕਹਿੰਦੇ ਅਵਰ ਜਤਨ ਕਰ ਰਹੇ ਬਹੁ ਤੇਰੇ, ਉਸ ਪਰਮਾਤਮਾ ਤੋਂ ਬਿਨਾਂ ਮੈਂ ਹੋਰਾਂ ਦੇ ਅੱਗੇ ਬੜੇ ਆਪਣੇ ਦੁੱਖ ਸੁੱਖ ਬਿਆਨ ਕਰ ਲਏ, ਦੁੱਖ ਬੜੇ ਬਿਆਨ ਕਰ ਲਏ, ਬੜੇ ਯਤਨ ਮੈਂ ਕਰਦਾ ਰਿਹਾ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਮਨ, ਤਿਲ ਕੀਮਤ ਨਹੀਂ ਪਈ, ਤਿਲ ਮਾਤਰ ਵੀ। ਮੈਂ ਬੜੇ ਯਤਨ ਹੋਰ ਕੀਤੇ ਪਰਮਾਤਮਾ ਤੋਂ ਬਿਨਾਂ, ਬੜੇ ਪਾਸੇ ਮੈਂ ਦੌੜਿਆ, ਬੜੇ ਪਾਸੇ ਦੌੜਿਆ। ਪਤਾ ਕਿਵੇਂ? ਕਦੇ ਕਹਿੰਦਾ ਮੈਂ ਕਬਰਾਂ ਨੂੰ ਪੂਜਣ ਚਲਾ ਗਿਆ, ਪਰਮਾਤਮਾ ਤੋਂ ਬਿਨਾਂ ਬੜਿਆਂ ਦੇ ਮਗਰ ਦੌੜਿਆ।
बड़े पत्थर पूजे, बड़ियां कबरां पूजियां, भलिओ एक गल कदे समझिओ, ਜਿਹੜਾ अजे तक आप उस कबर के अंदर पिया है, जिहदा अपना उधार नहीं होया, जे उत्थे फिर रहा है तो वह साडा उधार की करेगा? दसो, समझ रहे हो ना इस गल? कहते जी हैगा अजे कबर वाला हैगा अजे, तो जिहड़ा अजे तक इत्थे ही फिरदा है, आप नहीं मुक्त हो सकिया, उहदे तो कोई की मुक्त होएगा? इत्थे जदों समझ आई ना, फिर जग्यासू कह रहा है जी कि एक है ही पहमानी, अवर जतन कर रहे बहु तेरे। बड़े यतन कीते, बड़े उद्यम कीते, बड़े उपराले कीते, कदे किसे कोल कदे किसे कोल, तिन तिल नहीं कीमत मानी। एक तिल मातर भी कहंदे कीमत उहदा मुल नहीं पिया, मैं बड़े धक्के खा के वेख लिया। तां ही तो सच्चे पातशाह ने कहा सगल द्वार को छाड़ के, कितनी कमाल की गल है, सारे दर छड्ड दिते, सारे। ये नहीं कहा कि एक छड्डिया या दो छड्डिया या चार दर छड्डते, चार घर दर कहते दरवाजे ने। ये नहीं कहा कि मैं एक दो चार छड्ड दिते, कहते सारे ही छड्ड दिते। सगल द्वार को छाड़ के, इत्थे अगला जिहड़ा बोल है ना, वो गयो नहीं है, वो है गहिओ। गयो का अर्थ है जाना, गहिओ का अर्थ है पकड़ लेना, गह लेना, पकड़ लेना। दोवां च फर्क है बड़ा। गुरु गोबिंद सिंह सच्चे पातशाह कहते गहिओ तुहारो द्वार, तेरा दर मैं पकड़ लिया। सारे दर छड्ड के छड्ड दिते, सारे पकड़िया तो सिर्फ तेरा दर। सगल द्वार को छाड़ के गहिओ तुहारो द्वार, बाह गहे की लाज अस गोबिंद दास दे। वो समझ, फिर गल तो यही है ना, फिर सारे दर छड्ड के इको दा दर फड़ लेना। तो जिहड़ा दर दर ते भटकदा है उन्होंने कुछ नहीं मिलता। अवर जतन कर रहे बहुत तेरे, तिन तिल ने कीमत पानी। कहंदे जी की एक है ही पहमानी, अवर वाहिगुरु जी की एक है ही पहमानी, अवर जतन कर रहे बहुत तेरे, तिन तिल नहीं कीमत मानी। एक तिल भी मुल उहदा नहीं पिया। ते मुल उदों पिया जदों मैं अपना दुख, अपना सुख जिहड़ा वो परमात्मा नूं, गुरु नूं दसना शुरू कर दिता, दुनिया नूं नहीं। फिर अगले बंद विच गुरु साहब ने आख्या, कहंदे अमृत नाम निर्मोलक हीरा। निर्मोलक जिहदा मुल नहीं है कोई, जिहड़ा हीरा है वो हीरा जिहदा कोई मुल नहीं, वो की है? वो है परमात्मा दा अमृत रूपी नाम। परमात्मा दा नाम इहो जिहा हीरा, हीरे दा तो मुल पएगा ही ना, पर यह इहो जिहा हीरा है जिहदा कोई मुल ही नहीं है। अमृत नाम निर्मोलक हीरा। कहते गुर दीनो मनतानी, मनतानी का अर्थ होता है मंत्र। ये मंत्र मैनू गुरु ने दे दिता। केड़ा मंत्र? परमात्मा का अमृत रूपी नाम, जिहड़ा इहो जिहा हीरा है उहदा कोई मुल ही नहीं है, अमोलक है। अमृत नाम निर्मोलक हीरा, गुर दीनो मनतानी। तो जदों ये मंत्र मैनू मिल गया, कहते डिगै ना डोलै दृढ़ कर रहे हो। फिर मैं डिगया नहीं, डोलिया नहीं, मैं दृढ़ हो गया। फिर डिगना डोलना खत्म हो गया। फिर इंसान डिगदा नहीं, डोलदा नहीं, जो ये मंत्र गुरु के कोलों मिल जाता है ना। पूर्ण होए त्रिपतानी, त्रिपत हो गया मैं, तृष्णा नहीं रह गई हुण मन दे अंदर। बाणी पढ़ते हैं ना, बचन पढ़ते हैं गुरु साहब के, कहते इंसान के अंदर इन्नी तृष्णा है ना। 14 पुरियां मनिया गई ने, 14 पुरियां। कहते 14 पुरियां के अंदर जिन्ने भी पदार्थ होन, धन दौलत, हर एक चीज़ किसी एक बंदे नूं दे दिती जाए ना, उन्होंने फिर भी रज नहीं आना, उन्होंने फिर भी रज नहीं आएगा। भुखियां भुख ना उतरी जे बन्ना पुरियां भार। 14 पुरियां दे पदार्थ भार बन के भी उन्होंने दे दिते जान, सब कुछ कल्ले दा कह दिता जाए भी तेरा ही है कल्ले दा। पातशाह कहते उहदे अंदरली भुख फिर भी नहीं जे मिटदी। ये हालत है साडी। अज मेरे पातशाह ने कहा, पर जदों ये निर्मोलक हीरा मिल जाएगा ना, फिर पूर्ण होए त्रिपतानी, तृप्त हो जाएगा इंसान। फिर तृष्णा नहीं रहेगी, भुख अंदर नहीं रहेगी, और रज जाएगा हमेशा के वास्ते, वो रज जाएगा।
ਅਗਲੇ ਬੰਦ ਵਿੱਚ ਗੁਰੂ ਸਾਹਿਬ ਕਹਿੰਦੇ, ਓਏ ਜੋ बीच हम तुम कछ होते, हम तुम मैं मेरा। ਕਹਿੰਦੇ ਫਿਰ ਜਿਹੜੀ ਅੰਦਰ ਮੈਂ ਤੇ ਮੇਰੀ ਭਾਵਨਾ ਸੀ ਨਾ, ਹਮ ਤੁਮ ਵਾਲੀ ਜਿਹੜੀ ਭਾਵਨਾ ਸੀ, ਤਿੰਨ ਕੀ ਬਾਤ ਬਿਲਾਨੀ, ਉਹ ਵੀ ਖਤਮ ਹੋ ਗਈ। ਕਹਿੰਦੇ ਫਿਰ ਉਹ ਵੀ ਦੌੜ ਗਈ ਜਦੋਂ ਇਹ ਨਿਰਮੋਲਕ ਹੀਰਾ ਮਿਲ ਗਿਆ। ਜਦੋਂ ਇਹ ਨਿਰਮੋਲਕ ਹੀਰਾ ਉਦੋਂ ਮਿਲਦਾ ਹੈ ਜਦੋਂ ਇਨਸਾਨ ਆਪਣਾ ਦੁੱਖ ਸੁੱਖ ਗੁਰੂ ਨੂੰ ਦੱਸਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਗੁਰੂ ਨੂੰ ਸਭ ਕੁਝ ਅੱਗੇ ਅਰਪਣ ਕਰ ਦਈਏ ਨਾ, ਜਦੋਂ ਪਾਤਸ਼ਾਹ ਮੈਂ ਤੇਰਾ ਤੇ ਤੂੰ ਮੇਰਾ, ਜਦੋਂ ਆਹ ਅਵਸਥਾ ਬਣ ਜਾਏ ਨਾ, ਉਦੋਂ ਫਿਰ ਇਹ ਸਾਰਾ ਕੁਝ ਮਿਲਦਾ ਹੈ। ਫਿਰ ਗੁਰੂ ਉਹ ਮੰਤਰ ਦਿੰਦਾ ਹੈ ਨਾਮ ਰੂਪੀ, ਫਿਰ ਮੈਂ ਤੇਰ ਵੀ ਅੰਦਰੋਂ ਮਿਟ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਓਏ ਜੋ बीच हम तुम कछ होते, तिन की बात बिलानी, अलंकार मिल थैली होई है तां ते कनिक वखानी। अलंकार कहते ने गहणे नूं, आभूषण जिन्हों असीं कहते हैं, अलंकार मिल थैली होई है। कहते सुनियारे ने की कीता, गहणे पए सन उहदे कोल कुछ पुराने, उन्हें उन्हां गहणियां नूं ढाल के थैली बना ली, वट्टी बना ली। वट्टी ਉਹਨੂੰ ਕਿਸੇ ਰੂਪ ਵਿੱਚ ਬਣਾ ਲਓ, ਬਿਸਕੁਟ ਬਣਾ ਲਓ, ਇੱਟ ਬਣਾ ਲਓ, ਜੋ ਮਰਜ਼ੀ ਨੂੰ ਗੋਲ ਕਰਕੇ। ਵੱਟੀ ਵੈਸੇ ਹੁੰਦਾ ਗੋਲ ਕਰਕੇ, ਜ਼ਿਆਦਾਤਰ ਸੁਨਿਆਰੇ ਜਿਹੜੇ ਨੇ ਨਾ ਉਹ ਸੋਨਾ ਜਦੋਂ ਢਾਲਦੇ ਇਹਨੂੰ ਗੋਲ ਕਰਕੇ ਜਿਵੇਂ ਵੀ ਹੁੰਦਾ ਉਵੇਂ ਹੀ ਰੱਖ ਲੈਂਦੇ ਨੇ। ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ। ਗੁਰੂ ਸਾਹਿਬ ਕਹਿੰਦੇ ਭਲਿਓ, ਜੇ ਗਹਿਣੇ ਨੂੰ ਢਾਲ ਕੇ ਉਹਨੂੰ ਵੱਟੀ ਬਣਾ ਲਿਆ ਜਾਵੇ ਤੇ ਕਿਹਾ ਤੇ ਉਹਨੂੰ ਵੀ ਸੋਨਾ ਹੀ ਜਾਏਗਾ ਨਾ, ਹੈ ਤੇ ਉਹ ਵੀ ਸੋਨਾ ਹੀ ਹੈ। ਤਾਂ ਤੇ ਕਣਿਕ ਕਣਿਕ ਸੋਨਾ ਵਖਾਨੀ, ਵਖਿਆਇਆ ਜਾਏਗਾ, ਕਿਹਾ ਜਾਏਗਾ ਉਹਨੂੰ, ਕਿਹਾ ਤੇ ਉਹਨੂੰ ਸੋਨਾ ਹੀ ਜਾਏਗਾ, ਕੁਛ ਹੋਰ ਥੋੜੀ ਉਹ ਬਣ ਜਾਏਗਾ। ਪਾਤਸ਼ਾਹ ਫਿਰ ਅੱਗੇ ਅਗਲੇ ਬੰਦ ਵਿੱਚ ਕਹਿੰਦੇ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ। ਜਦੋਂ ਇਹ ਸਾਰੀਆਂ ਰਹਿਮਤਾਂ ਫਿਰ ਹੋਈਆਂ, ਜਦੋਂ ਆਪਣਾ ਦੁੱਖ ਸੁੱਖ ਪਰਮਾਤਮਾ ਨੂੰ ਗੁਰੂ ਨੂੰ ਦੱਸਿਆ, ਜਦੋਂ ਉਹਨੇ ਬਖਸ਼ਿਸ਼ਾਂ ਕੀਤੀਆਂ, ਅੰਦਰੋਂ ਮੇਰ ਤੇਰ ਮਿਟਾ ਦਿੱਤੀ, ਨਾਮ ਅਮੋਲਕ ਗਹਿਣਾ ਧਨ ਜਿਹੜਾ ਉਹ ਦੇ ਦਿੱਤਾ ਸੀ, ਨਾਮ ਰੂਪੀ ਹੀਰਾ ਰੂਪੀ ਮੰਤਰ ਦੇ ਦਿੱਤਾ, ਫਿਰ ਕੀ ਹੋਇਆ? ਕਹਿੰਦੇ ਪ੍ਰਗਟਿਓ ਜੋਤ, ਫਿਰ ਅੰਦਰੋਂ ਪਰਮਾਤਮਾ ਦੀ ਜੋਤ ਪ੍ਰਗਟ ਹੋ ਗਈ। ਸਹਿਜ ਸਹਿਜ ਮਨ ਦੇ ਅੰਦਰ ਆ ਗਿਆ, ਸੁੱਖ ਸੁੱਖ ਮਨ ਦੇ ਅੰਦਰ ਟਿਕ ਗਏ। ਫਿਰ ਹੁਣ ਸੌਖੀ ਸੌਖੇ, ਹੁਣ ਦੁੱਖ ਨਹੀਂ ਹੈ। ਸੋਭਾ, ਫਿਰ ਇਸ ਅਵਸਥਾ ਦੇ ਅੰਦਰ ਪਰਮਾਤਮਾ ਦੀਆਂ ਰਹਿਮਤਾਂ ਨਾਲ ਹਰ ਪਾਸੇ ਸ਼ੋਭਾ ਹੀ ਸ਼ੋਭਾ ਹੁੰਦੀ, ਵਡਿਆਈ ਵਡਿਆਈ ਹੁੰਦੀ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ। ਫਿਰ ਅੰਦਰ ਅਨਹਦ ਦੇ ਬਾਜੇ ਜਿਹੜੇ ਉਹ ਵੱਜਣੇ ਸ਼ੁਰੂ ਹੋ ਜਾਂਦੇ ਨੇ, ਅੰਦਰ ਇਸ ਹਿਰਦੇ ਦੇ ਵਿੱਚ ਉਹ ਵਾਜੇ ਵੱਜਦੇ ਨੇ। ਉਹ ਧੁਨ ਫਿਰ ਸੁਣਾਈ ਦਿੰਦੀ ਹੈ। ਵਾਜੇ ਕੋਈ ਬੈਂਡ ਨਹੀਂ ਵੱਜਦਾ ਅੰਦਰ, ਐਵੇਂ ਕਹੋ ਵੀ ਉਹ ਵਾਜੇ ਵੱਜਣ ਲੱਗ ਪੈਂਦੇ ਨੇ। ਉੱਥੇ ਧੁਨ ਜਿਹੜੀ ਉਹ ਵਾਹਿਗੁਰੂ ਦੀ ਵੱਜਦੀ ਹੈ। ਅਖੀਰ ਤੇ ਪਾਤਸ਼ਾਹ ਕਹਿੰਦੇ, ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਦਾ। ਅਸਲ ਵਿੱਚ ਜਦੋਂ ਗੁਰੂ ਰਹਿਮਤਾਂ ਗੁਰੂ ਬਖਸ਼ਿਸ਼ਾਂ ਕਰ ਦਿੰਦਾ ਹੈ ਨਾ, ਗੁਰੂ ਵਡਿਆਈ ਦਿੰਦਾ ਹੈ, ਜਦੋਂ ਤਨ ਮਨ ਧਨ ਗੁਰੂ ਨੂੰ ਸੌਂਪ ਦਿੱਤਾ, ਦੁੱਖ ਸੁੱਖ ਨੂੰ ਕਹਿਣੇ ਸ਼ੁਰੂ ਕਰ ਦਿੱਤੇ, ਤੇ ਗੁਰੂ ਫਿਰ ਇੱਕ ਕਿਰਪਾ ਇੱਕ ਬਖਸ਼ਿਸ਼ ਵੀ ਕਰਦਾ ਹੈ। ਸਦਾ ਦੇ ਵਾਸਤੇ ਜੀਵ ਦਾ ਟਿਕਾਣਾ ਇਸ ਹਿਰਦੇ ਘਰ ਵਿੱਚ ਕਰ ਦਿੰਦਾ, ਆਪਣਾ ਟਿਕਾਣਾ ਵੀ ਇੱਥੇ ਕਰ ਲੈਂਦਾ। ਫਿਰ ਇਹ ਮਨ ਕਿਸੇ ਪਾਸੇ ਦੌੜਦਾ ਨਹੀਂ, ਗੁਰੂ ਬੰਨ੍ਹ ਲੈਂਦਾ ਇਸ ਮਨ ਨੂੰ, ਆਪਣਾ ਬਣਾ ਲੈਂਦਾ ਹੈ ਗੁਰੂ ਇਸ ਮਨ ਨੂੰ। ਤੇ ਜਦੋਂ ਗੁਰੂ ਇਸ ਮਨ ਨੂੰ ਬੰਨ੍ਹ ਲਏ, ਆਪਣਾ ਬਣਾ ਲਏ, ਜਦੋਂ ਮਨ ਹੀ ਗੁਰੂ ਦਾ ਹੋ ਗਿਆ, ਤੇ ਫਿਰ ਸਭ ਕੁਝ ਹੀ ਗੁਰੂ ਦਾ ਹੋ ਗਿਆ। ਅੱਜ ਦਾ ਜਿਹੜਾ ਇਹ ਪਾਵਨ ਸ਼ਬਦ ਹੈ ਨਾ, ਇੱਥੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਭਾਈ ਜਿਸ ਪਰਮਾਤਮਾ ਦਾ ਮਨ ਹੈ, ਤਨ ਹੈ, ਧਨ ਹੈ, ਉਸ ਪਰਮਾਤਮਾ ਦੇ ਅੱਗੇ ਹੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਉਸੇ ਪਰਮਾਤਮਾ ਨੇ ਕਹਿੰਦੇ ਮੇਰਾ ਦੁੱਖ ਸੁਣਿਆ, ਮੇਰਾ ਸੁੱਖ ਸੁਣਿਆ, ਉਸੇ ਵਾਹਿਗੁਰੂ ਉਸੇ ਪਰਮਾਤਮਾ ਨੇ। ਤੇ ਅਸਲ ਵਿੱਚ ਦੁੱਖ ਸੁੱਖ ਸੁਣਦਾ ਵੀ ਉਹ ਪਰਮਾਤਮਾ ਆਪ ਹੀ ਹੈ। ਕੋਈ ਹੋਰ ਇਸ ਜ਼ਿੰਦਗੀ ਦੇ ਅੰਦਰ ਨਾ ਦੁੱਖ ਸੁਣਦਾ ਹੈ ਤੇ ਨਾ ਸੁੱਖ ਸੁਣਦਾ ਹੈ। ਜਿੰਨਾ ਮਰਜ਼ੀ ਕਹਿ ਲਈਏ, ਤੁਸੀਂ ਕਿਸੇ ਨੂੰ ਆਪਣੇ ਦੁੱਖ ਸੁਣਾਓਗੇ ਤੇ ਉਹ ਹੱਸੇਗਾ, ਉਹ ਦੁੱਖ ਘੱਟ ਨਹੀਂ ਕਰੇਗਾ। ਪਰ ਪਰਮਾਤਮਾ ਗੁਰੂ ਇਸ ਤਰ੍ਹਾਂ ਹੈ, ਉਹ ਦੁੱਖ ਉਹਨੂੰ ਸੁਣਾਓਗੇ ਤੇ ਉਹ ਦੁੱਖਾਂ ਨੂੰ ਸਦਾ ਦੇ ਵਾਸਤੇ ਖਤਮ ਕਰ ਦੇਵੇਗਾ।
सो सतगुरु रहमत करन। इन्नियां को बेनतियां अज आप जी ने प्रवान कर लैनियां। गुर शबद गुर इतिहास की विचार करदियां होइयां बेअंत भुल्लां दी खिमा करो गुर फतेह दी सांझ। वाहिगुरु जी का खालसा वाहिगुरु जी की फतेह।